हेलो, नमस्कार। मैं आपके साथ सर्वेश कुमार TRTI टीवी पर आपका स्वागत है। तो चलिए शुरू करते हैं। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਨਾਲ ਜੁੜੇ ਹਾਂ ਕਿਸਾਨ ਏਕਤਾ ਮੋਰਚੇ ਤੋਂ। ਸਾਡੇ ਨਾਲ ਅੱਜ ਸਰਦਾਰ ਰਜਿੰਦਰ ਸਿੰਘ ਜੀ ਦੀਪ ਸਿੰਘ ਵਾਲਾ ਹਾਜ਼ਰ ਨੇ। ਚਰਚਾ ਕਰਾਂਗੇ ਖੇਤੀ ਕਾਨੂੰਨਾਂ ਦੇ ਉੱਪਰ, ਜੋ ਬੁੱਕਸ ਕਿਤਾਬਾਂ ਪਹਿਲਾਂ ਵੀ ਤੁਹਾਡੇ ਤੱਕ ਇੱਕ ਕਿਤਾਬ ਪਹੁੰਚੀ ਹੈ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਹੁਣ ਦੁਬਾਰਾ ਇੱਕ ਸਾਡੇ ਸੰਪਾਦਕ ਬਲਦੇਵ ਸਿੰਘ ਸ਼ੇਰਗਿੱਲ ਜੀ, ਜੋ ਪ੍ਰੋਫੈਸਰ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਖੇਤੀ ਕਾਨੂੰਨ ਮੰਡੀ ਤੋਂ ਮਹਾਮੰਡੀ ਤੱਕ। ਇਹ ਕਿਤਾਬ ਹੈ ਖੇਤੀ ਕਾਨੂੰਨ ਮੰਡੀ ਤੋਂ ਮਹਾਮੰਡੀ ਤੱਕ। ਇਹ ਕਿਤਾਬ ਦੇ ਬਾਰੇ ਚਰਚਾ ਕਰਾਂਗੇ ਕਿ ਕਿਤਾਬ ਦੇ ਵਿੱਚ ਕੀ ਦਰਸਾਇਆ ਗਿਆ ਹੈ, ਕਿਵੇਂ ਖੇਤੀ ਕਾਨੂੰਨਾਂ ਬਾਰੇ ਦੱਸਿਆ ਗਿਆ ਹੈ, ਕਿਸ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਤੇ ਕਿਵੇਂ ਲੋਕਾਂ ਤੱਕ ਇਹ ਜਾਣਕਾਰੀ ਸਾਂਝੀ ਕਰਦੀ ਹੈ। ਰਜਿੰਦਰ ਸਿੰਘ ਜੀ, ਤੁਹਾਡਾ ਵੈਲਕਮ ਕਿਸਾਨ ਏਕਤਾ ਮੋਰਚਾ ਤੇ ਜੀ। ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਤੇ ਮੈਂ ਇਹ ਜਾਣਨਾ ਚਾਹਾਂਗਾ ਕਿ ਜੋ ਸੰਪਾਦਕ ਬਲਦੇਵ ਸਿੰਘ ਸ਼ੇਰਗਿੱਲ ਜੀ ਨੇ, ਥੋੜਾ ਉਹਨਾਂ ਬਾਰੇ ਦੱਸ ਦਿਓ ਤੇ ਕਿਤਾਬ ਦੀ ਕੀ ਭੂਮਿਕਾ ਹੈ ਉਹਦੇ ਬਾਰੇ ਜ਼ਰੂਰ ਦੱਸੋ। ਬਲਜੀਤ ਜੀ, ਜਿਹੜੀ ਇਹ ਕਿਤਾਬ ਕੁਛ ਦਿਨ ਪਹਿਲਾਂ ਰਿਲੀਜ਼ ਹੋਈ ਔਰ ਇਹਦਾ ਲਗਭਗ ਪਹਿਲਾ ਐਡੀਸ਼ਨ ਲੱਗ ਚੁੱਕਾ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਪੰਜਾਬ ਜਿਵੇਂ ਕੁਰਬਾਨੀਆਂ ਕਰਨ 'ਚ ਬਹੁਤ ਅੱਗੇ ਹੈ ਜੀ, ਪਰ ਪੰਜਾਬ ਜਿਹੜਾ ਬਹੁਤ ਪੱਖੋਂ ਕਾਫੀ ਜਿਹੜਾ ਪਛੜਿਆ ਹੋਇਆ ਜੀ। ਹੁਣ ਜਦੋਂ ਅਸੀਂ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਹੇ ਹੈਗੇ ਆ, ਤਾਂ ਇਹ ਲੜਾਈ ਭਾਵੇਂ ਸਾਡੀ ਮਜ਼ਬੂਤ ਆ, ਇਹ ਹੋਰ ਮਜ਼ਬੂਤ ਹੋਊਗੀ ਜੇ ਇਸ ਲੜਾਈ 'ਚ ਹਿੱਸਾ ਲੈਣ ਵਾਲੇ, ਇਸ ਲੜਾਈ ਦੀ ਅਗਵਾਈ ਕਰਨ ਵਾਲੇ ਸਾਡੇ ਆਗੂ ਇਹਨਾਂ ਕਾਨੂੰਨਾਂ ਦੇ ਪ੍ਰਤੀ ਜਿੰਨੀ ਵੱਧ ਜਾਣਕਾਰੀ ਰੱਖਣਗੇ, ਕਾਨੂੰਨਾਂ ਪ੍ਰਤੀ ਵੀ ਔਰ ਸਰਕਾਰ ਦੀ ਉਸ ਨੀਤੀ ਪ੍ਰਤੀ ਜਿਹਦੇ ਤਹਿਤ ਇਹ ਜਿਹੜੇ ਖੇਤੀ ਕਾਨੂੰਨ ਆ ਉਹ ਲੈ ਕੇ ਆਏ ਆ। ਤੋ ਇਹਦੇ ਵਿੱਚ ਡਾਕਟਰ ਬਲਦੇਵ ਸਿੰਘ ਸ਼ੇਰਗਿੱਲ ਜੀ, ਜਿਹੜੇ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਨੇ ਇਕਨੋਮਿਕਸ ਦੇ, ਤੋਂ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਸ ਕਿਤਾਬ ਦਾ। ਜਿਹਦੇ 'ਚ ਉਹਨਾਂ ਨੇ ਜਿੰਨੇ ਵੀ ਪਿਛਲੇ ਸਮੇਂ 'ਚ ਚਰਚਾ ਚੱਲੀ ਆ ਖੇਤੀ ਕਾਨੂੰਨਾਂ ਦੇ ਉੱਪਰ, ਅਲੱਗ-ਅਲੱਗ ਬੁੱਧੀਜੀਵੀਆਂ ਨੇ, ਲੇਖਕਾਂ ਨੇ, ਆਰਥਿਕ ਮਾਹਰਾਂ ਨੇ, ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਦੇ ਵੱਖ-ਵੱਖ ਪੱਖਾਂ ਦੇ ਉੱਪਰ ਆਰਟੀਕਲ ਲਿਖੇ ਨੇ, ਉਹਦੇ ਵਿੱਚ ਉਹਨਾਂ ਨੇ ਇਕੱਠੇ ਕੀਤੇ ਨੇ। ਔਰ ਇਸ ਤੋਂ ਇਲਾਵਾ ਜਿਹੜੀ ਇਸ ਕਿਤਾਬ ਦੀ ਭੂਮਿਕਾ, ਜਿਹਦੀ ਜਿਹੜਾ ਤੁਸੀਂ ਸਵਾਲ ਪੁੱਛਿਆ, ਉਹ ਇਸ ਕਿਤਾਬ ਦਾ ਜਿਹੜਾ ਹੈਗਾ ਉਹ ਹਾਸਲ, ਇਸ ਕਿਤਾਬ ਦੀ ਉਹ ਪ੍ਰਾਪਤੀ ਆ ਕਿ ਜਿੰਨਾ ਸ਼ਾਨਦਾਰ ਇਹਦੀ ਭੂਮਿਕਾ ਲਿਖੀ ਆ ਡਾਕਟਰ ਬਲਦੇਵ ਸਿੰਘ ਸ਼ੇਰਗਿੱਲ ਹੋਰਾਂ ਨੇ ਕਿ ਬਸਤੀਵਾਦੀ ਦੌਰ ਦੇ ਵਿੱਚ ਕਿਵੇਂ ਖੇਤੀ ਦਾ ਜੋ ਸਰੂਪ ਰਿਹਾ ਅੰਗਰੇਜ਼ਾਂ ਦੇ ਦੌਰ 'ਚ, ਉਸ ਤੋਂ ਬਾਅਦ ਉਹਨਾਂ ਨੇ ਖੇਤੀ ਨੂੰ, ਭਾਰਤ ਦੀ ਇਹ ਖੇਤੀ ਨੀਤੀ ਹੈਗੀ, ਇਹਨੂੰ ਡਿਵੈਲਪਮੈਂਟ ਦੇ ਔਰ ਜਿਹਨੂੰ ਕਿ 5 ਪੜਾਵਾਂ ਦੇ ਵਿੱਚ ਵੰਡ ਕੇ ਦੇਖਿਆ। ਇੱਕ ਤਾਂ 1950 ਤੋਂ ਲੈ ਕੇ 60 ਦੇ ਦੌਰ ਦਾ ਉਹ ਪਹਿਲਾ ਫੇਜ਼, ਜਿਹਦੇ 'ਚ ਕੁਛ ਬਿਜਲੀ 'ਚ ਨਿਵੇਸ਼ ਹੋਇਆ, ਥੋੜ੍ਹੇ ਬਹੁਤ ਖੇਤੀ ਸੁਧਾਰ ਹੋਏ, ਔਰ ਉਸ ਤੋਂ ਬਾਅਦ 65 ਤੋਂ ਲੈ ਕੇ 80 ਤੱਕ ਦਾ ਜਿਹੜਾ ਉਹ ਹਰੇ ਇਨਕਲਾਬ ਦਾ ਜਿਹੜਾ ਸੀਗਾ ਪੀਰੀਅਡ, ਜਿਹਦੇ 'ਚ ਜਿਹੜੀ ਹੈਗੀ ਆ ਸਰਕਾਰੀ ਮੰਡੀ ਦਾ ਜਿਹੜਾ ਹੈਗਾ ਵਿਸਤਾਰ ਹੁੰਦਾ, ਔਰ ਉਸ ਦੌਰ 'ਚ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਸਥਾਪਿਤ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਜਿਹੜਾ ਅਗਲਾ, ਜਿਹਦੇ 'ਚ ਅਗਲਾ ਦੌਰ ਆਉਂਦਾ 80 ਤੋਂ ਬਾਅਦ ਦਾ 90s ਤੱਕ, ਜਿਹਦੇ 'ਚ ਬਾਗਬਾਨੀ ਦੇ ਖੇਤਰ 'ਚ ਜਾਂ ਹੋਰ ਖੇਤਰਾਂ 'ਚ ਉਹ ਥੋੜ੍ਹੀ ਬਹੁਤ ਜਿਹੜੀ ਹੈਗੀ ਆ ਉਹ ਵਿਕਾਸ ਹੋਇਆ। ਔਰ ਉਸ ਤੋਂ ਅਗਲਾ ਜਿਹੜਾ ਆਰਥਿਕ ਸੁਧਾਰਾਂ ਦਾ ਦੌਰ ਹੈਗਾ 91 ਤੋਂ ਬਾਅਦ, ਜੋ ਸਾਡੇ ਨਿੱਜੀਕਰਨ ਦੀਆਂ ਨੀਤੀਆਂ ਜੋ ਸਰਕਾਰ ਲੈ ਕੇ ਆਈ ਆ, ਜਿਹਦੇ 'ਚ ਜਿਹੜਾ ਨਿੱਜੀ ਨਿਵੇਸ਼ ਨੂੰ ਖੇਤੀਬਾੜੀ ਖੇਤਰ 'ਚ ਔਰ ਜ਼ਿੰਦਗੀ ਦੇ ਸਾਰੇ ਖੇਤਰਾਂ ਦੇ ਵਿੱਚ ਸਰਕਾਰ ਲੈ ਕੇ ਆਈ। ਉਹ ਸਿਹਤ ਸੀ, ਸਿੱਖਿਆ ਸੀ, ਬਿਜਲੀ ਸੀ, ਪਾਣੀ ਸੀ, ਸਭ ਵਿੱਚ ਜਿਹੜੀਆਂ ਨੇ ਪ੍ਰਾਈਵੇਟ ਕੰਪਨੀਜ਼ ਜਿਹੜੀਆਂ ਸੀ ਉਹ ਐਂਟਰ ਕਰ ਗਈਆਂ। ਔਰ 5ਵਾਂ ਪੜਾਅ ਜਿਹੜਾ ਉਹਨਾਂ ਨੇ ਕਿ 2015 ਤੋਂ ਲੈ ਕੇ ਹੁਣ ਤੱਕ ਮੋਦੀ ਸਰਕਾਰ ਨੇ ਜੋ ਇੱਕ ਦੇਸ਼ ਇੱਕ ਮੰਡੀ ਬਣਾਉਣ ਦਾ ਜਿਹੜਾ ਵਾਲੀ ਦਿਸ਼ਾ 'ਚ ਵਧੀ ਹੈਗੀ ਆ, ਔਰ ਇੱਕ ਦੇਸ਼ ਇੱਕ ਮੰਡੀ ਵਾਲੀ ਦਿਸ਼ਾ ਨੂੰ ਅਖਤਿਆਰ ਕਰਦੇ ਹੀ ਉਹਨਾਂ ਨੇ ਜਿਹੜੇ 3 ਖੇਤੀ ਕਾਨੂੰਨ ਨੇ ਲਿਆਂਦੇ ਨੇ, ਜਿਹਦੇ ਵਿੱਚ ਪੂਰੀ ਤਰ੍ਹਾਂ ਸਰਕਾਰ ਨੂੰ ਖੇਤੀ ਦੇ ਖੇਤਰ 'ਚੋਂ ਬਾਹਰ ਕਰਨ ਦਾ ਜਿਹੜਾ ਕਦਮ ਹੈਗਾ ਇਹ ਕਾਨੂੰਨ ਲੈ ਰਹੇ ਨੇ ਕਿ ਜਿਹੜੀ ਕੰਟਰੈਕਟ ਫਾਰਮਿੰਗ ਹੋਊਗੀ ਉਹ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਨਾਲ ਕੰਟਰੈਕਟ ਕਰਨਗੀਆਂ। ਔਰ ਇਸ ਤੋਂ ਇਲਾਵਾ ਜੋ ਜ਼ਰੂਰੀ ਵਸਤਾਂ ਸੋਧ ਕਾਨੂੰਨ ਹੈਗਾ, ਜਿਹਦੇ ਤਹਿਤ ਕਿ ਜ਼ਰੂਰੀ ਵਸਤਾਂ ਦਾ ਜਿਹੜਾ ਕੰਟਰੋਲ ਸੀਗਾ, ਉਹਦੀ ਸਟੋਰ ਕਰਨ ਦੀ ਜਿਹੜੀ ਸਮਰੱਥਾ ਸੀਗੀ
ਉਹ ਉੱਤੇ ਜੋ ਪਾਬੰਦੀਆਂ ਸੀ ਉਹ ਹਟਾ ਦਿੱਤੀਆਂ ਗਈਆਂ। ਕੋਈ ਵੀ ਕੰਪਨੀ ਸਮੁੱਚੀ ਜਿਹੜੀ ਆ ਅਨਾਜ ਦੀ ਪੈਦਾਵਾਰ ਆ, ਸਮੁੱਚੀ ਖੁਰਾਕ ਆ, ਉਹਨੂੰ ਕਿਸੇ ਵੀ ਲਿਮਟ ਤੱਕ ਜਿਹੜਾ ਹੈਗਾ ਸਟੋਰ ਕਰ ਸਕਦੀ ਹੈਗੀ ਆ। ਤੋ ਜਿਹੜੀ ਅਸਲ ਦੇ ਵਿੱਚ ਭੂਮਿਕਾ ਹੈਗੀ ਇਸ ਕਿਤਾਬ ਦੀ, ਉਹ ਪੂਰੀ ਜਿਹੜੀ ਖੇਤੀਬਾੜੀ ਨੀਤੀ ਰਹੀ ਆ ਭਾਰਤ ਸਰਕਾਰ ਦੀ 1947 ਤੋਂ ਬਾਅਦ, ਉਹਦੀ ਇੱਕ ਸੰਖੇਪ ਇਤਿਹਾਸਕਾਰੀ ਆ ਇਹਦੀ ਭੂਮਿਕਾ ਜਿਹੜੀ, ਔਰ ਇਸ ਕਿਤਾਬ ਦਾ ਜਿਹੜਾ ਇਹ ਉਹ ਹਾਸਲ ਇੱਕ ਬਹੁਤ ਸਾਰੇ ਤਰੀਕਿਆਂ ਦੇ ਨਾਲ ਕਾਨੂੰਨਾਂ ਦੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨ ਭਰਾਵਾਂ ਨੂੰ, ਹਰ ਇੱਕ ਵਰਗ ਨੂੰ। ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਕਿਤਾਬ ਰੀਡ ਕਰਨ ਤੋਂ ਬਾਅਦ, ਇਹ ਕਿਤਾਬ ਪੜ੍ਹਨ ਤੋਂ ਬਾਅਦ ਜਿੰਨੀ ਖੇਤੀ ਕਾਨੂੰਨਾਂ ਬਾਰੇ ਜਾਣਕਾਰੀ ਤੁਸੀਂ ਹਾਸਲ ਕਰਨੀ ਚਾਹੁੰਦੇ ਹੋ, ਕੋਈ ਵੀ ਵਰਗ ਹੈ, ਚਾਹੇ ਉਹ ਖੇਤੀ ਕਾਨੂੰਨਾਂ ਦੇ ਹੱਕ 'ਚ ਹੈ ਜਾਂ ਖਿਲਾਫ ਹੈ ਜਾਂ ਕਿਸੇ ਨੂੰ ਨਹੀਂ ਨੌਲੇਜ, ਕਿ ਉਹਨੂੰ ਕਾਨੂੰਨਾਂ ਬਾਰੇ ਬਿਲਕੁਲ ਸਹੀ ਤੇ ਦਰੁਸਤ ਜਾਣਕਾਰੀ ਇਸ ਕਿਤਾਬ ਦੇ ਵਿੱਚੋਂ ਮਿਲ ਸਕਦੀ ਹੈ? ਦੇਖੋ, ਜਾਣਕਾਰੀ ਤਾਂ ਮੁਕੰਮਲ ਤਾਂ ਕਦੇ ਵੀ ਨਹੀਂ ਹੁੰਦੀ, ਇਹ ਬੜੀ ਗੈਰ ਵਿਗਿਆਨਕ ਗੱਲ ਹੋਊਗੀ ਜੇ ਆਪਾਂ ਕਹੀਏ ਇਹਦੇ ਚੋਂ ਮੁਕੰਮਲ ਜਾਣਕਾਰੀ ਮਿਲਦੀ ਆ। ਪਰ ਜਿੰਨੇ ਵੀ ਇਸ ਖੇਤੀਬਾੜੀ ਕਾਨੂੰਨਾਂ ਦੇ ਪਹਿਲੂ ਨੇ, ਜਿਸ ਤਰ੍ਹਾਂ ਕਿ ਜਿਹੜਾ ਖੇਤੀਬਾੜੀ ਵਾਲਾ ਮਾਮਲਾ ਹੈਗਾ ਉਹ ਰਾਜਾਂ ਦੀ ਅਧਿਕਾਰ ਖੇਤਰ 'ਚ ਆਉਂਦਾ, ਕਿਉਂਕਿ ਜੋ ਭਾਰਤੀ ਸੰਵਿਧਾਨ ਮੁਤਾਬਕ ਕਾਨੂੰਨ ਬਣਾਉਣ ਦੇ 3 ਖੇਤਰ ਨੇ, ਜਿੰਦੇ 'ਚ ਰਾਜਾਂ ਦੇ ਕੋਲੇ ਅਧਿਕਾਰ ਨੇ, ਕੇਂਦਰ ਸਰਕਾਰ ਕੋਲੇ ਅਧਿਕਾਰ ਨੇ, ਔਰ ਇੱਕ ਸਮਵਰਤੀ ਸੂਚੀ ਆ ਵੀ ਦੋਨਾਂ ਕੋਲੇ ਅਧਿਕਾਰ ਨੇ। ਤੋ ਖੇਤੀਬਾੜੀ ਜਿਹੜੀ ਹੈਗੀ ਆ ਉਹ ਰਾਜਾਂ ਦਾ ਅਧਿਕਾਰ ਆ, ਔਰ ਜਿਹੜੇ ਇਹ ਖੇਤੀਬਾੜੀ ਕਾਨੂੰਨ ਨੇ ਇਹ ਫੈਡਰਲ ਢਾਂਚੇ ਦੇ ਖਿਲਾਫ ਜਾਂਦੇ ਨੇ ਔਰ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਜਿਹੜਾ ਡਾਕਾ ਮਾਰਦੇ ਨੇ। ਤੋ ਇਸ ਪਹਿਲੂ ਨੂੰ ਕਵਰ ਕਰਦੇ ਕੁਝ ਜਿਹੜੇ ਆਰਟੀਕਲ ਨੇ, ਫਿਰ ਇਹਦੇ ਉਹ ਕਾਨੂੰਨੀ ਜਿਹੜੇ ਨੁਕਤੇ ਨੇ, ਫਿਰ ਲੋਕਾਂ ਤੇ ਕਿਵੇਂ ਅਸਰ ਪਾਊਗੀ। ਤੋ ਇਹ ਸਾਰੇ ਪੱਖ ਤੋਂ ਮੈਂ ਜਿਵੇਂ ਪਹਿਲਾਂ ਵੀ ਸ਼ੁਰੂ 'ਚ ਵੀ ਗੱਲ ਕੀਤੀ ਸੀ ਕਿ ਇਹਦੇ 'ਚ ਕੁਝ ਕਿਸਾਨ ਆਗੂਆਂ ਦੇ ਆਰਟੀਕਲ ਨੇ, ਕੁਝ ਸਾਡੇ ਜਿਹੜੇ ਆਰਥਿਕ ਮਾਹਰ ਨੇ ਉਹਨਾਂ ਦੇ ਆਰਟੀਕਲ ਨੇ। ਤੋ ਅਲੱਗ-ਅਲੱਗ ਜਿਹੜੇ ਪਹਿਲੂ ਹੈਗੇ ਆ ਖੇਤੀ ਕਾਨੂੰਨਾਂ ਦੇ, ਅਲੱਗ-ਅਲੱਗ ਜਿਹੜੇ ਇਹਦੇ ਪਸਾਰ ਨੇ, ਤੋ ਉਹਦੇ ਉੱਪਰ ਕਾਫੀ ਚੰਗੀ ਜਾਣਕਾਰੀ ਜਿਹੜੇ ਆਰਟੀਕਲ ਜਿਹੜੀ ਹੈਗੀ ਉਹ ਦਿੰਦੇ। ਕਈ ਵਾਰੀ ਕੋਈ ਬੰਦਾ ਹੁੰਦਾ ਲੈ ਵੀ ਏਡੀ ਵੱਡੀ ਕਿਤਾਬ ਮੈਂ ਕਿਵੇਂ ਪੜ੍ਹ ਸਕੂੰਗਾ, ਤਾਂ ਜੇ ਉਹ ਚੁਣਵੀਆਂ ਚੀਜ਼ਾਂ ਵੀ ਇਹਦੇ 'ਚੋਂ ਪੜ੍ਹਨਾ ਚਾਹੇ ਵੀ ਕਿਵੇਂ ਖੇਤੀ ਕਾਨੂੰਨ ਸਾਨੂੰ ਕਿਵੇਂ ਵੀ ਕੰਟਰੈਕਟ ਫਾਰਮਿੰਗ ਕੀ ਹੈਗਾ ਜਾਂ ਪ੍ਰਾਈਵੇਟ ਮੰਡੀ ਕਿਵੇਂ ਆਊਗੀ, ਤਾਂ ਬਹੁਤ ਸੰਖੇਪ ਦੇ ਵਿੱਚ ਜਿੰਨੇ ਵੀ ਆਰਟੀਕਲ ਪਿਛਲੇ ਸਮੇਂ 'ਚ ਚਰਚਾ 'ਚ ਰਹੇ, ਅਲੱਗ-ਅਲੱਗ ਅਹਿਮ ਅਖਬਾਰਾਂ ਜਿਵੇਂ ਪੰਜਾਬੀ ਟ੍ਰਿਬਿਊਨ ਆ, ਅਜੀਤ ਆ ਜਾਂ ਹੋਰ ਅਲੱਗ-ਅਲੱਗ ਮੈਗਜ਼ੀਨ ਛਪੇ ਨੇ, ਤਾਂ ਇਹਨਾਂ ਨੇ ਬੜੀ ਮਿਹਨਤ ਕਰਕੇ ਉਹ ਸਾਰੇ ਆਰਟੀਕਲ ਇੱਕ ਥਾਂ 'ਤੇ ਇਕੱਠੇ ਕੀਤੇ ਆ ਤਾਂ ਕਿ ਜਿੰਨੀ ਇਹਨਾਂ ਪਿਛਲੇ 8-10 ਮਹੀਨਿਆਂ ਚਰਚਾ ਚੱਲੀ ਆ ਖੇਤੀ ਕਾਨੂੰਨਾਂ 'ਤੇ, ਉਹ ਸਾਰੀ ਚਰਚਾ ਜਿਹੜੇ ਪਾਠਕ ਹੈਗੇ ਚੰਗੀ ਤਰ੍ਹਾਂ ਉਹ ਸਮਝ ਸਕਣ। ਹਰ ਇੱਕ ਕਿਤਾਬ ਦੇ ਵਿੱਚ ਇੱਕ ਉਹਦਾ ਮੈਸੇਜ ਹੁੰਦਾ ਆ ਕਿ ਇਹ ਕਿਤਾਬ ਕੀ ਸੰਕੇਤ ਦਿੰਦੀ ਹੈ, ਇਹ ਕਿਤਾਬ ਕੀ ਮੈਸੇਜ ਪਬਲਿਕ ਦੇ ਵਿੱਚ ਦਿੰਦੀ ਹੈ। ਤੁਸੀਂ ਇਹਨੂੰ ਰੀਡ ਕੀਤਾ, ਜਿਹੜੇ ਸਾਡੇ ਰੀਡਰ ਨੇ ਜੇ ਉਹ ਰੀਡ ਕਰਨਗੇ, ਕੀ ਮੈਸੇਜ ਉਹਨਾਂ ਨੂੰ ਇਸ ਕਿਤਾਬ ਦੇ ਵਿੱਚੋਂ ਮਿਲੇਗਾ? ਦੇਖੋ, ਇੱਕ ਤਾਂ ਇਹ ਕਿਤਾਬ ਬੜੀ ਸਪਸ਼ਟ ਕਰਦੀ ਆ ਕਿ ਖੇਤੀਬਾੜੀ ਨੀਤੀ ਬਾਰੇ ਆਮ ਤੌਰ ਤੇ ਜਦੋਂ ਆਮ ਲੋਕ ਸਿਆਸਤ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਹੁੰਦਾ ਵੀ ਫਲਾਣੀ ਪਾਰਟੀ ਨੂੰ ਹਰਾਓ, ਫਲਾਣੀ ਨੂੰ ਜਿਤਾਓ, ਆਹ ਪਾਰਟੀ ਨੇ ਮਾੜਾ ਕੀਤਾ, ਉਹਨੇ ਚੰਗਾ ਕੀਤਾ। ਪਰ ਇਸ ਕਿਤਾਬ ਨੇ ਜਿਹੜੀ ਇੱਕ ਸਮੁੱਚੀ ਸਾਡੀ ਖੇਤੀਬਾੜੀ ਬਾਰੇ ਪਹੁੰਚ ਰਹੀ ਆ ਸਿਆਸੀ ਪਾਰਟੀਆਂ ਦੀ, ਉਹ ਭਾਵੇਂ ਕੇਂਦਰ 'ਚ ਰਾਜ ਕਰਦੀਆਂ ਹੋਣ, ਭਾਵੇਂ ਸੂਬੇ 'ਚ ਰਾਜ ਕਰਦੀਆਂ ਹੋਣ, ਆਪਾਂ ਬਿਨਾਂ ਕਿਸੇ ਦਾ ਨਾਮ ਵੀ ਨਾ ਲਈਏ ਤਾਂ ਜਿੰਨੀਆਂ ਵੀ ਰਹੀਆਂ ਨੇ, ਕਿਉਂਕਿ ਅੱਜ ਅਸੀਂ ਸਿਆਸੀ ਪਾਰਟੀਆਂ ਦਾ ਨਹੀਂ, ਜਿਹੜੀ ਉਹਨਾਂ ਦੀ ਪਹੁੰਚ ਹੈਗੀ ਆ ਉਹਦੀ ਆਪਾਂ ਜਦੋਂ ਗੱਲ ਕਰਾਂਗੇ ਇਸ ਕਿਤਾਬ ਦੇ ਰਾਹੀਂ, ਤਾਂ ਵੀ ਜਿਸ ਤਰ੍ਹਾਂ 2000 ਤੋਂ ਬਾਅਦ ਜਿਵੇਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਚਾਹੀਦੀ ਸੀ ਤਾਂ ਉਹ ਕਹਿੰਦੇ ਸੀ 20 ਸਾਲ ਦੀ ਮਿਹਨਤ ਹੈਗੀ ਆ। ਤੋ ਇਹ ਕਿਤਾਬ ਉਸ 20 ਸਾਲ ਦੀ ਮਿਹਨਤ ਸੀ ਜਾਂ ਸਰਕਾਰਾਂ ਦੀ ਸਾਜ਼ਿਸ਼ ਸੀਗੀ, ਉਹਨੂੰ ਬਹੁਤ ਬਖੂਬੀ ਜਿਹੜਾ ਬੇਪਰਦ ਕਰਦੀ ਆ। ਕਿ ਮਨਟੋਕ ਸਿੰਘ ਆਹਲੂਵਾਲੀਆ ਦੀ ਰੁਜ਼ਗਾਰ ਦੇ ਮੌਕਿਆਂ ਬਾਰੇ ਜੋ ਰਿਪੋਰਟ ਹੈਗੀ, ਜਿੰਦੇ ਚੋਂ ਪ੍ਰਾਈਵੇਟ ਨਿਵੇਸ਼ ਦੀ ਗੱਲ ਕਰਦੇ ਆ, ਸ਼ੰਕਰ ਲਾਲ ਗੁਰੂ ਦੀ ਕਮੇਟੀ ਦੀ ਰਿਪੋਰਟ 2001 ਚ ਆਉਂਦੀ ਆ, ਤਾਂ ਉਹ 2001 ਦੇ ਵਿੱਚ ਇਹ ਕਹਿ ਰਹੇ ਆ ਕਿ MSP ਨੂੰ ਰੋਕਣਾ ਚਾਹੀਦਾ ਔਰ ਜਿਹੜੀਆਂ ਪ੍ਰਾਈਵੇਟ ਮੰਡੀਆਂ ਨੇ ਉਹਨੂੰ ਖੋਲ੍ਹਣ ਦੀ ਇਜਾਜ਼ਤ ਦੇਣੀ ਚਾਹੀਦੀ ਆ, ਕੰਟਰੈਕਟ ਫਾਰਮਿੰਗ ਨੂੰ ਜਿਹੜਾ ਕਾਨੂੰਨੀ ਦਰਜਾ ਦਿੱਤਾ ਜਾਣਾ ਚਾਹੀਦਾ। ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਕਾਨੂੰਨਾਂ 'ਚ ਆਈਆਂ ਨੇ 2001 ਦੇ ਵਿੱਚ ਸ਼ੰਕਰ ਲਾਲ ਗੁਰੂ ਦੀ ਕਮੇਟੀ ਦੀ ਰਿਪੋਰਟ 'ਚ ਆਉਂਦੀਆਂ ਨੇ। 2014 ਦੇ ਵਿੱਚ ਸ਼ਾਂਤਾ ਕੁਮਾਰਨ ਦੀ ਜਿਹੜੀ ਕਮੇਟੀ ਦੀ ਰਿਪੋਰਟ ਆਉਂਦੀ ਆ, ਜਿਹੜੀ ਉਹ ਬਿਲਕੁਲ ਸਾਫ਼ ਕਹਿੰਦੀ ਆ ਕਿ ਪਹਿਲੀਆਂ ਸਿਫਾਰਸ਼ਾਂ ਬਾਕੀ ਸੇਮ ਹੀ ਨੇ, ਜਿਹਦੇ 'ਚ ਇੱਕ ਹੋਰ ਗੱਲ ਲੈ ਕੇ ਆਉਂਦੇ ਆ
ਕਿ 67% ਦੇਸ਼ ਦੀ ਆਬਾਦੀ ਨੂੰ ਜਿਹੜਾ ਸਸਤਾ ਰਾਸ਼ਨ ਦਿੱਤਾ ਜਾ ਰਿਹਾ ਹੈਗਾ। ਉਹਦੇ 'ਚ ਉਹ ਕਹਿੰਦੇ ਕਿ ਜਿਹੜੇ ਸ਼ਹਿਰਾਂ ਦੀ ਆਬਾਦੀ 10 ਲੱਖ ਤੋਂ ਉੱਪਰ ਆ, ਉੱਥੇ ਤਾਂ ਰਾਸ਼ਨ ਬੰਦ ਕਰਕੇ ਉਹਨਾਂ ਨੂੰ ਸਿੱਧਾ ਜਿਹੜਾ ਕੈਸ਼ ਆ ਉਹ ਦੇਣਾ ਚਾਹੀਦਾ ਹੈ। ਔਰ 67% ਆਬਾਦੀ ਤੋਂ ਸਸਤਾ ਰਾਸ਼ਨ ਘਟਾ ਕੇ 40% ਤੇ ਲਿਆਉਣਾ ਚਾਹੀਦਾ ਲਗਭਗ, ਯਾਨੀ ਕਿ ਜੇ ਆਪਾਂ ਗਿਣਤੀ ਕਰੀਏ ਤਾਂ 30 ਕਰੋੜ ਤੋਂ ਉੱਪਰ ਲੋਕਾਂ ਦਾ ਸਸਤਾ ਰਾਸ਼ਨ ਬੰਦ ਕਰਨ ਦੀ ਗੱਲ ਉਹ 2014 ਚ ਲੈ ਕੇ ਆ ਰਹੇ ਹੈਗੇ ਆ। ਤੇ ਹੁਣ ਤਾਂ ਇਹ ਕਾਨੂੰਨਾਂ ਦੇ ਵਿੱਚ ਉਹ ਸਮੁੱਚੇ ਹੀ 75 ਕਰੋੜ ਆਬਾਦੀ ਨੂੰ ਸਸਤਾ ਰਾਸ਼ਨ ਜਿਹੜਾ ਦੇਣ ਤੋਂ ਬਾਹਰ ਲਿਆਉਣ ਦੀ ਗੱਲ ਹੋ ਰਹੀ ਆ। ਔਰ ਇਹ ਪਿਛਲੇ 20 ਸਾਲਾਂ ਚ ਜਿੰਨੀਆਂ ਕਮੇਟੀਆਂ ਕਮਿਸ਼ਨਸ ਇਹ ਬਣੇ ਹੈਗੇ ਆ, ਕੋਈ FCI ਨੂੰ ਭੰਗ ਕਰਨ ਦੀ ਸਿਫਾਰਿਸ਼ ਕਰਦਾ, ਕੋਈ ਸਿਰਫ ਸੂਬਿਆਂ ਤੇ ਖਰੀਦ ਛੱਡਣ ਦੀ ਗੱਲ ਕਰਦਾ, ਕੋਈ ਕਹਿੰਦਾ ਕਿ ਪ੍ਰਾਈਵੇਟ ਮੰਡੀਆਂ ਖੋਲ੍ਹਣ ਦੀ ਇਜਾਜ਼ਤ ਹੋਣੀ ਚਾਹੀਦੀ ਆ। ਤੇ ਇਹ ਵੀ ਇਹ 'ਚ ਸਿਫਾਰਿਸ਼ਾਂ ਕੀਤੀਆਂ ਗਈਆਂ ਕਿ ਜ਼ਰੂਰੀ ਵਸਤਾਂ ਜਿਹੜਾ ਕਾਨੂੰਨ 1955 ਉਹਨੂੰ ਜਿਹੜਾ ਰੱਦ ਕਰ ਦੇਣਾ ਚਾਹੀਦਾ ਹੈਗਾ। ਇਹ ਸਾਰਾ ਕੁਝ 20 ਸਾਲਾਂ 'ਚ ਹੋਇਆ। ਔਰ ਜਿੰਨੀਆਂ ਕੇਂਦਰ 'ਚ ਪਾਰਟੀਆਂ ਨੇ ਰਾਜ ਕੀਤਾ, ਜਿੰਨੀਆਂ ਸੂਬਿਆਂ 'ਚ ਪਾਰਟੀਆਂ ਨੇ ਰਾਜ ਕੀਤਾ, ਕਿਸੇ ਨੇ ਨਹੀਂ ਕਿਹਾ ਕਿ ਵੀ ਮਨਟੋਕ ਸਿੰਘ ਆਲੂਵਾਲੇ ਦੀ ਰਿਪੋਰਟ ਰੱਦ ਕੀਤੀ ਜਾਵੇ, ਗਲਤ ਆ। ਕਿਸੇ ਨੇ ਨਹੀਂ ਕਿਹਾ ਕਿ ਸ਼ੰਕਰ ਲਾਲ ਗੁਰੂ ਕਮੇਟੀ ਦੀਆਂ ਸਿਫਾਰਿਸ਼ਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ, ਗਲਤ ਨੇ। ਕਿਸੇ ਨੇ ਨਹੀਂ ਕਿਹਾ ਸ਼ਾਂਤਾ ਕੁਮਾਰ ਦੀ ਰਿਪੋਰਟ ਜਿਹੜੀ ਉਹ ਰੱਦ ਕੀਤੀ ਜਾਣੀ ਚਾਹੀਦੀ ਆ। ਹਾਂ, ਕਿਤੇ ਜ਼ੁਬਾਨੀ ਕਲਾਮੀ ਲੋਕਾਂ ਦੇ ਵਿਰੋਧ ਚੱਲਦਿਆਂ ਕਰ ਦਿੱਤਾ ਹੋਵੇ, ਜਿਵੇਂ ਅੱਜ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਦੀ ਜਿਹੜੀ ਉੱਪਰੋਂ ਹਮਾਇਤ ਕਰ ਰਹੀਆਂ ਨੇ, ਪਰ ਸਾਰੀਆਂ ਪਾਰਟੀਆਂ ਦੀ ਜਿਹੜੀ ਨੀਤੀ ਇਹੀ ਰਹੀ ਆ। ਔਰ ਇਹ ਪੂਰੀ ਨੀਤੀ ਨੂੰ ਜਿਹੜੀ ਕਿਤਾਬ ਬਹੁਤ ਬਖੂਬੀ ਥੋੜੇ ਸ਼ਬਦਾਂ 'ਚ ਔਰ ਬਹੁਤ ਸੌਖੇ ਤਰੀਕੇ ਨਾਲ ਸਮਝਾਉਂਦੀ ਆ, ਜਿਹਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਸਾਡੀਆਂ ਸਰਕਾਰਾਂ ਦਾ, ਹਾਕਮਾਂ ਦਾ ਕੀ ਕਿਰਦਾਰ ਰਿਹਾ ਤੇ ਕਿਵੇਂ ਇਹ ਖੇਤੀ ਦੇ ਵਿੱਚ ਵੱਡੀਆਂ ਕੰਪਨੀਆਂ ਨੂੰ ਵਾੜਨਾ ਚਾਹੁੰਦੀ। ਜੋ ਕਿਤਾਬ ਦਾ ਟਾਈਟਲ ਵੀ ਆ ਕਿ ਮੰਡੀ ਤੋਂ ਮਹਾਮੰਡੀ ਜਿਹੜਾ ਉਹ ਬਣਾਉਣਾ ਚਾਹੁੰਦੀ। ਇਸ ਮਾਮਲੇ ਨੂੰ ਬਖੂਬੀ ਇਹ ਕਿਤਾਬ ਜਿਹੜੀ ਆ ਉਹ ਸਮਝਾਉਂਦੀ। ਮਤਲਬ ਸਿੰਪਲ ਭਾਸ਼ਾ ਦੇ ਵਿੱਚ ਇਹਦੇ ਵਿੱਚ ਸਾਰਾ ਕੁਝ ਸਮਝਾਇਆ ਗਿਆ। ਹਾਂ। ਐਂਡ ਦੇ ਵਿੱਚ ਨਟਸ਼ੈਲ ਦੇ ਵਿੱਚ ਤੁਸੀਂ ਇਸ ਕਿਤਾਬ ਬਾਰੇ ਸਾਡੇ ਦੇਖਣ ਵਾਲੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਮੈਸੇਜ ਇਸ ਬੁੱਕ ਦੇ ਬਾਰੇ ਦੇਣਾ ਚਾਹੁੰਦੇ ਹੋ? ਮੈਂ ਇਹਦੇ ਬਾਰੇ ਇੱਕ ਤਾਂ ਇਹ ਕਹਿਣਾ ਚਾਹੂੰਗਾ ਕਿ ਜਿਵੇਂ ਇਹ 3 ਕਾਨੂੰਨ ਆਏ, ਬਹੁਤ ਸਾਰੇ ਲੋਕਾਂ ਨੇ ਸ਼ਾਇਦ ਕਾਨੂੰਨ ਜੇ ਹਜੇ ਤੱਕ ਵੀ ਨਾ ਪੜ੍ਹੇ ਹੋਏ, ਤਾਂ ਡਾਕਟਰ ਬਲਦੇਵ ਸਿੰਘ ਸ਼ੇਰਗਿੱਲ ਹੋਰਾਂ ਜੀ ਨੇ ਇਸ ਕਿਤਾਬ ਦੇ ਵਿੱਚ ਤਿੰਨੋਂ ਕਾਨੂੰਨ ਅੰਗਰੇਜ਼ੀ ਤੋਂ ਪੰਜਾਬੀ 'ਚ ਅਨੁਵਾਦ ਕਰਕੇ ਤਿੰਨੋਂ ਕਾਨੂੰਨ ਪੰਜਾਬੀ ਦੇ ਵਿੱਚ ਇਸ ਕਾਨੂੰਨ ਕਿਤਾਬ ਦੇ ਵਿੱਚ ਜਿਹੜੇ ਨੇ ਉਹ ਉਪਲਬਧ ਨੇ। ਔਰ ਇਸ ਤੋਂ ਇਲਾਵਾ ਮੈਂ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਕਿ ਜਿੱਡੀ ਲੰਬੀ ਲੜਾਈ ਆ, ਸਾਨੂੰ ਬੌਧਿਕ ਤੌਰ ਤੇ ਮਜ਼ਬੂਤ ਹੋਣ ਦੀ ਜ਼ਰੂਰਤ ਆ, ਤਾਂ ਕਿ ਅਸੀਂ ਲੜਾਈ 'ਚ ਥਕੇਵਾਂ ਨਾ ਮਹਿਸੂਸ ਕਰੀਏ। ਜਦੋਂ ਅਸੀਂ ਪੜਾਂਗੇ ਸਾਨੂੰ ਮਹਿਸੂਸ ਹੋਊਗਾ ਕਿ ਕਿੱਡੀ ਵੱਡੀ ਚੁਣੌਤੀ ਸਾਡੇ ਸਾਹਮਣੇ ਆ ਔਰ ਇਹਦੇ ਖਿਲਾਫ ਕਿੰਨੀ ਮਜ਼ਬੂਤ ਔਰ ਲੰਬੀ ਲੜਾਈ ਦੇਣ ਦੀ ਜ਼ਰੂਰਤ ਹਜੇ ਖੜੀ ਹੈਗੀ ਆ। ਤੋਂ ਇਸ ਕਿਤਾਬ ਨੂੰ ਅਸੀਂ ਸਾਰਿਆਂ ਨੂੰ ਸਿਫਾਰਿਸ਼ ਕਰਾਂਗੇ, ਇਹ ਬੇਨਤੀ ਕਰਾਂਗੇ, ਪੁਰਜੋਰ ਅਪੀਲ ਕਰਾਂਗੇ ਕਿ ਉਹ ਇਸ ਕਿਤਾਬ ਨੂੰ ਜਿਹੜਾ ਹੈਗਾ ਉਹ ਜ਼ਰੂਰ ਪੜ੍ਹਨ। ਐਮਾਜ਼ੋਨ ਤੇ ਵੀ ਜਿਹੜੀ ਹੈਗੀ ਆ ਇਹ ਅਵੇਲੇਬਲ ਹੈਗੀ ਆ। ਤੋਂ ਮੈਂ ਬੇਨਤੀ ਕਰੂੰਗਾ ਡਾਕਟਰ ਸਾਹਿਬ ਦਾ ਇਹ ਨੰਬਰ ਆ ਇਸ ਹੈਗਾ, ਤੁਸੀਂ ਇਹ ਨੰਬਰ ਵੀ ਬੋਲ ਸਕਦੇ। ਡਾਕਟਰ ਬਲਦੇਵ ਸਿੰਘ ਸ਼ੇਰਗਿੱਲ ਜੀ ਹੋਰਾਂ ਦਾ ਕੋਈ ਜੇ ਉਹਨਾਂ ਤੋਂ ਕੋਈ ਕਿਤਾਬ ਲੈਣਾ ਚਾਹਵੇ ਤਾਂ ਅਵੇਲੇਬਲ ਉਹ ਕਰਵਾ ਸਕਦੇ ਹੈਗੇ ਆ, ਤਾਂ ਕਿ ਅਸੀਂ ਸਿਰਫ ਸੰਘਰਸ਼ਾਂ ਦੇ ਦੌਰਾਨ ਧਰਨਿਆਂ ਮੁਜ਼ਾਹਰਿਆਂ ਦਾ ਹਿੱਸਾ ਵੀ ਬਣੀਏ ਔਰ ਉਦੇਸ਼ ਵੀ ਸਮਝੀਏ ਔਰ ਲੜਾਈ ਦਾ ਕਿਰਦਾਰ ਸਮਝੀਏ ਔਰ ਜ਼ਰੂਰਤ ਸਮਝੀਏ, ਕਿੱਡੀ ਲੰਬੀ ਜ਼ਰੂਰਤ ਆ, ਵੱਡੀ ਜ਼ਰੂਰਤ ਆ। ਇਸ ਮਾਮਲੇ 'ਚ ਅਸੀਂ ਡਾਕਟਰ ਬਲਦੇਵ ਸਿੰਘ ਸ਼ੇਰਗਿੱਲ ਹੋਰਾਂ ਨੂੰ ਵਧਾਈ ਵੀ ਦਿੰਦੇ ਹੈਗੇ ਆ ਕਿ ਉਹਨਾਂ ਨੇ ਬਹੁਤ ਚੰਗਾ ਉਪਰਾਲਾ ਕੀਤਾ, ਕਿਉਂਕਿ ਕਲਮਾਂ ਵਾਲਿਆਂ ਦਾ ਬੜਾ ਅਹਿਮ ਯੋਗਦਾਨ ਰਿਹਾ ਇਸ ਅੰਦੋਲਨ ਦੇ ਵਿੱਚ, ਲੋਕਾਂ ਨੂੰ ਸਮਝਾਉਣ ਦੇ ਵਿੱਚ, ਜਿਤਾਉਣ ਦੇ, ਇਸ ਅੰਦੋਲਨ ਦਾ ਹਿੱਸਾ ਬਣਾਉਣ ਦੇ ਵਿੱਚ। ਤੋਂ ਇਹ ਕਿਤਾਬ ਵੀ ਇੱਕ ਚੰਗਾ ਰੋਲ ਜਿਹੜਾ ਹੈਗਾ ਉਹ ਪਲੇ ਕਰੂਗੀ। ਤੋਂ ਸਾਰਿਆਂ ਨੂੰ ਪਾਠਕਾਂ ਨੂੰ ਬੇਨਤੀ ਹੈ ਕਿਤਾਬ ਜ਼ਰੂਰ ਲੈ ਕੇ ਜਿਹੜੀ ਹੈਗੀ ਆ ਉਹ ਪੜ੍ਹਨ। ਇਹ ਨੰਬਰ ਬਿਲਕੁਲ ਮੈਂ ਦੁਬਾਰਾ ਦੱਸ ਦੇਣਾ ਚਾਹੁੰਦਾ, ਸੰਪਾਦਕ ਬਲਦੇਵ ਸਿੰਘ ਸ਼ੇਰਗਿੱਲ ਜੀ ਦੀ ਕਿਤਾਬ ਖੇਤੀ ਕਾਨੂੰਨ ਮੰਡੀ ਤੋਂ ਮਹਾਮੰਡੀ ਤੱਕ। ਡਾਕਟਰ ਬਲਦੇਵ ਸਿੰਘ ਸ਼ੇਰਗਿੱਲ ਜੀ ਦਾ ਨੰਬਰ ਜੋ ਹੈ ਉਹ 99680 55800 8968055800 99680 55800 ਡਾਕਟਰ ਬਲਦੇਵ ਸਿੰਘ ਸ਼ੇਰਗਿੱਲ ਜੀ ਦਾ ਨੰਬਰ ਹੈ। ਇਸ ਬੁੱਕ ਦੇ ਬਾਰੇ, ਇਹਦੀ ਅਵੇਲੇਬਿਲਿਟੀ ਦੇ ਬਾਰੇ, ਕਿੱਥੋਂ ਖਰੀਦ ਸਕਦੇ ਹੋ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਇਹ ਕਿਤਾਬ ਨੂੰ ਤੁਸੀਂ ਜ਼ਰੂਰ ਪੜ੍ਹੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਕਾਨੂੰਨ ਕੀ ਨੇ, ਕਿਵੇਂ ਮਾਰੂ ਨੇ ਤੇ ਕਿਵੇਂ ਇਹਨਾਂ ਦਾ ਵਿਰੋਧ ਕੀਤਾ ਜਾ ਸਕਦਾ ਤੇ ਕਿਉਂ ਵਿਰੋਧ ਕਰਨਾ ਜ਼ਰੂਰੀ ਹੈ। ਧੰਨਵਾਦ। इसी के साथ अगर आप इस वीडियो को फेसबुक पर देख रहे हैं तो पेज को जरूर लाइक करें
अगर आप इस वीडियो को YouTube पे देख रहे हैं तो हमारे इस चैनल को सब्सक्राइब करें, साथ ही लगे बेल आइकन को भी दबाएं ताकि हर नोटिफिकेशन आप तक जल्द से जल्द पहुंच सके। हमारे साथ जुड़े रहने के लिए आपका तहे दिल से धन्यवाद। थैंक यू।